ਸ਼੍ਰੀਮਤੀ ਸਵਰਾਜ ਘੁੰਮਣ ਇੱਕ ਅਜਿਹੀ ਸ਼ਖਸੀਅਤ ਦਾ ਨਾਮ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਕਈ ਖੇਤਰਾਂ ਵਿੱਚ ਮੁਹਾਰਤ ਦੇ ਕੇ ਭੇਜਿਆ ਹੈ। ਉਹ ਖੇਤਰ ਭਾਵੇਂ ਲੀਡਰਸ਼ਿਪ ਹੋਵੇ, ਰਾਈਟਰ ਹੋਵੇ, ਐਕਟਰ ਹੋਵੇ ਜਾਂ ਖਿਡਾਰੀ, ਸ਼੍ਰੀਮਤੀ ਘੁੰਮਣ ਨੂੰ ਅਜਿਹੇ ਕਈ ਖੇਤਰਾਂ ਵਿੱਚ ਮੁਹਾਰਤ ਹਾਸਲ ਹੈ। ਆਓ ਜਾਣਦੇ ਹਾਂ ਸ਼੍ਰੀਮਤੀ ਸਵਰਾਜ ਘੁੰਮਣ ਦੀ ਸ਼ਖਸੀਅਤ ਬਾਰੇ। ਸ਼੍ਰੀਮਤੀ ਸਵਰਾਜ ਘੁੰਮਣ ਨੇ ਦੱਸਿਆ ਕਿ ਮੇਰਾ ਜਨਮ ਪਿਤਾ ਸਰਦਾਰ ਕਪੂਰ ਸਿੰਘ ਘੁੰਮਣ ਅਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ ਦੇ ਘਰ ਦਿੱਲੀ ਵਿਖੇ ਹੋਇਆ। ਉਸ ਜ਼ਮਾਨੇ ਵਿੱਚ ਮੇਰੇ ਮਾਤਾ ਜੀ ਚੰਗੇ ਪੜ੍ਹੇ ਲਿਖੇ ਸਨ। ਉਹਨਾਂ ਨੇ 10ਵੀਂ ਕੀਤੀ ਹੋਈ ਸੀ। ਉਸ ਜ਼ਮਾਨੇ ਵਿੱਚ ਜਿਹੜਾ 10ਵੀਂ ਕਰ ਲੈਂਦਾ ਸੀ ਉਸ ਨੂੰ ਹਾਈ ਐਜੂਕੇਟਡ ਮੰਨਿਆ ਜਾਂਦਾ ਸੀ। ਪਿਤਾ ਸਰਦਾਰ ਕਪੂਰ ਸਿੰਘ ਘੁੰਮਣ ਜੀ ਬਹੁਤ ਵੱਡੇ ਨਾਟਕਕਾਰ ਸੀ। ਉਹਨਾਂ ਦੱਸਿਆ ਕਿ ਮੇਰੇ ਪਿਤਾ ਜੀ ਲੈਂਗੁਏਜ ਡਿਪਾਰਟਮੈਂਟ ਵਿੱਚ ਡਾਇਰੈਕਟਰ ਦੇ ਤੌਰ ਉੱਤੇ ਸੇਵਾ ਨਿਭਾਈ ਹੈ। ਮੇਰੇ ਫਾਦਰ ਸਾਹਿਬ ਦੇ ਪੋਲੀਟੀਕਲ ਲਿੰਕਸ ਵੀ ਬਹੁਤ ਚੰਗੇ ਸਨ। ਉਸ ਦਾ ਕਾਰਨ ਇਹ ਸੀ ਕਿ ਮੇਰੇ ਦਾਦਾ ਜੀ ਮਾਸਟਰ ਤਾਰਾ ਸਿੰਘ ਜੀ ਨਾਲ ਜੁੜੇ ਹੋਏ ਸਨ। ਇੱਕ ਵਾਰ ਪੰਜਾਬੀ ਸੂਬੇ ਦੇ ਕਾਰਨ ਮੇਰੇ ਪਿਤਾ ਨੂੰ ਅਰੈਸਟ ਕਰ ਲਿਆ ਗਿਆ ਸੀ, ਜਿਨ੍ਹਾਂ ਦੀ ਉਸੇ ਦਿਨ ਹੀ ਬੇਲ ਹੋ ਗਈ ਸੀ। ਪੰਜਾਬੀ ਵਾਸਤੇ ਮੇਰੇ ਪਿਤਾ ਜੀ ਨੇ ਲਗਾਤਾਰ ਫਾਈਟ ਕੀਤੀ ਹੈ। ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਦੇ ਨਾਲ ਮੇਰੇ ਪਿਤਾ ਜੀ ਦੇ ਬਹੁਤ ਅੱਛੇ ਸੰਬੰਧ ਸਨ ਅਤੇ ਸ਼੍ਰੀ ਸੁਰਿੰਦਰ ਨਾਥ ਜਿਹੜੇ ਗਵਰਨਰ ਸੀ 1984 ਦੇ ਵਿੱਚ, ਉਹਨਾਂ ਦੇ ਨਾਲ ਵੀ ਮੇਰੇ ਪਿਤਾ ਜੀ ਦੇ ਬਹੁਤ ਅੱਛੇ ਸੰਬੰਧ ਸਨ। ਮੇਰੇ ਖਿਆਲ ਨਾਲ ਜਦੋਂ ਸਾਲ 1985 ਵਿੱਚ ਐਕਸੀਡੈਂਟ ਦੇ ਦੌਰਾਨ ਮੇਰੇ ਪਿਤਾ ਜੀ ਦੀ ਮੌਤ ਹੋਈ ਹੈ, ਉਹਨਾਂ ਦੀ ਜੇਬ ਦੇ ਵਿੱਚ ਆਰਡਰ ਪਏ ਸੀ ਐਡਵਾਈਜ਼ਰ ਟੂ ਗਵਰਨਰ ਦੇ। ਜੇਕਰ ਅੱਜ ਸ਼ਾਇਦ ਉਹ ਇਸ ਦੁਨੀਆ ਵਿੱਚ ਹੁੰਦੇ ਤਾਂ ਉਹਨਾਂ ਦਾ ਫਿਊਚਰ ਕੁਝ ਹੋਰ ਹੀ ਹੋਣਾ ਸੀ। ਉਹਨਾਂ ਦੇ ਅੰਦਰ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੀ ਜ਼ਬਰਦਸਤ ਪੈਸ਼ਨ ਸੀ। ਉਹਨਾਂ ਨੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਸਤੇ ਕਲਕੱਤਾ, ਬੰਗਲੌਰ, ਚੇਨਈ ਅਤੇ ਬੰਬਈ ਵਿੱਚ ਪੰਜਾਬੀ ਭਾਸ਼ਾ ਦਫ਼ਤਰ ਬਣਾਏ। ਇਹਨਾਂ ਜਗ੍ਹਾਵਾਂ 'ਤੇ ਹਰ ਸਾਲ ਇੱਕ ਫੰਕਸ਼ਨ ਕੀਤਾ ਜਾਂਦਾ ਸੀ ਅਤੇ ਜਿਸ ਵਿੱਚ ਇੱਕ ਰਾਈਟਰ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਅਤੇ ਵੱਡੇ ਇਨਾਮ ਵੀ ਦਿੱਤੇ ਜਾਂਦੇ ਸੀ। ਸ਼੍ਰੀ ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀ ਵੀ ਸਾਡੇ ਘਰ ਆਉਂਦੇ ਰਹਿੰਦੇ ਸੀ। ਪਹਿਲਾਂ ਦਿੱਲੀ ਵਿੱਚ ਮੇਰੇ ਪਿਤਾ ਜੀ ਆਜ਼ਾਦ ਹਿੰਦ ਨਾਮ ਦਾ ਅਖਬਾਰ ਕੱਢਦੇ ਸੀ। ਉਹਨਾਂ ਦੀ ਆਪਣੀ ਪ੍ਰੈਸ ਸੀ। ਉਹ ਜ਼ਿਮੀਂਦਾਰਾਂ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਮੇਰੇ ਦਾਦਾ ਜੀ ਅਕਾਲੀ ਫਾਈਟਰ ਹੋਣ ਦੇ ਨਾਲ ਨਾਲ ਇੱਕ ਕਿਸਾਨ ਵੀ ਸਨ। ਮੇਰੇ ਤੋਂ ਇਲਾਵਾ ਮੇਰੀ ਇੱਕ ਵੱਡੀ ਭੈਣ ਅਤੇ 2 ਭਰਾ ਹਨ। ਜਦੋਂ ਮੈਂ 1.5 ਕੁ ਸਾਲ ਦੀ ਸੀ ਤਾਂ ਮੇਰੇ ਪਿਤਾ ਜੀ ਦੀ ਟਰਾਂਸਫਰ ਸ਼ਿਮਲੇ ਵਿਖੇ ਹੋ ਗਈ ਅਤੇ ਜਦੋਂ ਮੈਂ 2.5 ਕੁ ਸਾਲ ਦੀ ਹੋਈ ਤਾਂ ਪਿਤਾ ਜੀ ਦੀ ਸਾਲ 1963 ਵਿੱਚ ਟਰਾਂਸਫਰ ਦੌਰਾਨ ਅਸੀਂ ਪਟਿਆਲੇ ਆ ਗਏ। ਉਸ ਸਮੇਂ ਮੈਂ ਬਹੁਤ ਛੋਟੀ ਸੀ ਅਤੇ ਅਜੇ ਮੈਂ ਬੋਲਣਾ ਵੀ ਨਹੀਂ ਸੀ ਸਿੱਖਿਆ। ਫਿਰ ਅਸੀਂ ਪੱਕੇ ਤੌਰ ਉੱਤੇ ਪਟਿਆਲਾ ਵਿੱਚ ਵਸ ਗਏ। ਪਟਿਆਲਾ ਵਿਖੇ ਮੈਨੂੰ ਇੱਕ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਸਕੂਲ ਵਿੱਚ ਇੰਜ ਦਾਖਲ ਕਰਵਾਇਆ ਗਿਆ ਕਿ 6 ਸਾਲ ਦੀ ਉਮਰ ਤੱਕ ਮੇਰੀ ਹੋਮ ਸਕੂਲਿੰਗ ਕਰਵਾਈ ਗਈ ਸੀ, ਜਿਸ ਵਿੱਚ ਮੇਰੇ ਟੀਚਰ ਕਮਲੇਸ਼ ਜੀ ਸਨ, ਜਿਨ੍ਹਾਂ ਨੂੰ ਮੈਂ ਅੱਜ ਵੀ ਯਾਦ ਕਰਦੀ ਹਾਂ। ਮੈਂ 6 ਸਾਲ ਦੀ ਉਮਰ ਵਿੱਚ ਹੀ ਅੰਗਰੇਜ਼ੀ ਭਾਸ਼ਾ ਬੋਲਣ ਅਤੇ ਪੜ੍ਹਨ ਵਿੱਚ ਬਹੁਤ ਵਧੀਆ ਸੀ। ਸਾਰੇ ਸੈਂਟੈਂਸਿਸ ਮੈਨੂੰ ਬਣਾਉਣੇ ਆ ਜਾਂਦੇ ਸੀ। ਇੰਗਲਿਸ਼ ਤੋਂ ਇਲਾਵਾ ਮੇਰੀ ਪੰਜਾਬੀ, ਮੈਥ ਅਤੇ ਹਿੰਦੀ ਵੀ ਬਹੁਤ ਅੱਛੀ ਸੀ। 6-7 ਸਾਲ ਦੀ ਉਮਰ ਵਿੱਚ ਮੈਨੂੰ ਫੀਲ ਖਾਨੇ ਸਕੂਲ ਵਿੱਚ ਟੈਸਟ ਲੈਣ ਉਪਰੰਤ ਅਤੇ ਮੇਰੀ ਯੋਗਤਾ ਅਨੁਸਾਰ ਮੈਨੂੰ ਤੀਸਰੀ ਜਮਾਤ ਵਿੱਚ ਪਾ ਦਿੱਤਾ ਗਿਆ। ਉਸ ਤੋਂ ਬਾਅਦ ਸਕੂਲ ਨੇ ਮੈਨੂੰ 6ਵੀਂ ਜਮਾਤ ਤੋਂ ਅੱਗੇ ਪ੍ਰਮੋਟ ਕਰ ਦਿੱਤਾ। ਮੈਂ ਬਹੁਤ ਬਰਾਈਟ ਸਟੂਡੈਂਟ ਸੀ ਅਤੇ ਨਾਟਕਾਂ ਵਿੱਚ ਹਿੱਸਾ ਲੈਣ ਵਿੱਚ ਵੀ ਮੈਂ ਅੱਗੇ ਹੁੰਦੀ ਸੀ। ਮੈਨੂੰ ਕਈ ਨਾਟਕ ਅੱਜ ਵੀ ਯਾਦ ਹਨ। ਜਦੋਂ ਮੈਂ 11ਵੀਂ ਜਮਾਤ ਵਿੱਚ ਸੀ ਤਾਂ ਇੱਕ ਨਾਟਕ ਹੋਇਆ ਸੀ ਜਿਸ ਦਾ ਨਾਮ ਬਰਸਾਤੀ ਨਦੀ ਸੀ। ਇਸ ਨਾਟਕ ਵਿੱਚ ਮੈਨੂੰ ਮਦਰ ਦਾ ਰੋਲ ਕਰਨ ਦਾ ਮੌਕਾ ਮਿਲਿਆ। ਮੇਰੇ ਪਿਤਾ ਨੇ ਮਾਂ ਦਾ ਲਿਬਾਸ ਬਣਾਉਣ ਵਿੱਚ ਮੇਰੀ ਮਦਦ ਕੀਤੀ। ਉਸ ਤੋਂ ਬਾਅਦ ਇੱਕ ਹੋਰ ਨਾਟਕ ਕੀਤਾ ਜਿਸ ਦਾ ਨਾਮ ਸੀ ਭੁੱਖੀ ਜਿੰਦੜੀ। ਮੈਂ ਆਪਣੇ ਪਿਤਾ ਦੇ ਪਿੱਛੇ ਪੈ ਗਈ ਕਿ ਇਸ ਨਾਟਕ ਵਿੱਚ ਵੀ ਮੈਨੂੰ ਲੀਡ ਰੋਲ ਕਰਨ ਦਾ ਮੌਕਾ ਦਿਓ। ਡੈਡੀ ਮੇਰੀ ਜਿੱਦ ਅੱਗੇ ਝੁਕ ਗਏ ਅਤੇ ਇਸ ਨਾਟਕ ਵਿੱਚ ਮਾਂ ਦੇ ਰੋਲ ਲਈ ਮੇਰਾ ਵਧੀਆ ਮੇਕਅਪ ਕਰਵਾਇਆ ਗਿਆ। ਇਸ ਨਾਟਕ ਵਿੱਚ ਮੈਨੂੰ ਪਹਿਲਾ ਇਨਾਮ ਮਿਲਿਆ। ਮੈਂ ਕਈ ਨਾਟਕਾਂ ਅਤੇ
ਕਵਿਤਾ ਪ੍ਰਤੀਯੋਗਿਤਾਵਾਂ ਵਿੱਚ ਭਾਗ ਲਿਆ ਅਤੇ ਇਨਾਮ ਪ੍ਰਾਪਤ ਕੀਤੇ। ਇੱਕ ਵਾਰ ਮੈਨੂੰ ਯਾਦ ਹੈ ਕਿ ਮੇਰੀ ਕਵਿਤਾ ਬੋਲਣ ਦਾ ਮੁਕਾਬਲਾ ਹੋਣਾ ਸੀ। ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਨੂੰ ਕਵਿਤਾ ਲਿਖ ਕੇ ਦਿਓ। ਮੇਰੇ ਪਿਤਾ ਨੇ ਕਿਹਾ ਕਿ ਤੁਸੀਂ ਆਪ ਹੀ ਕਵਿਤਾ ਲਿਖਣ ਦੀ ਕੋਸ਼ਿਸ਼ ਕਰੋ। ਫਿਰ ਮੈਂ ਇੱਕ ਬਹੁਤ ਵਧੀਆ ਕਵਿਤਾ ਲਿਖੀ ਜਿਸ ਦਾ ਨਾਮ ਸੀ ਮੈਂ ਤੇ ਮੇਰੀ ਲਾਸ਼। ਇਹ ਕਵਿਤਾ ਬਹੁਤ ਵਧੀਆ ਲਿਖੀ ਗਈ ਸੀ ਅਤੇ ਇਸ ਵਿੱਚ ਵੀ ਮੈਨੂੰ ਪਹਿਲਾ ਇਨਾਮ ਮਿਲਿਆ। ਇਸ ਤੋਂ ਬਾਅਦ 5-6 ਕੰਪੀਟੀਸ਼ਨਾਂ ਵਿੱਚ ਮੈਂ ਆਪ ਕਵਿਤਾਵਾਂ ਲਿਖ ਕੇ ਪਹਿਲਾ ਇਨਾਮ ਪ੍ਰਾਪਤ ਕੀਤਾ। ਮੈਂ ਇਹ ਕਵਿਤਾ ਜਿੱਥੇ ਵੀ ਜਾ ਕੇ ਪੜ੍ਹੀ ਸੀ, ਲੋਕਾਂ ਨੇ ਕਹਿਣਾ ਕਿ ਜ਼ਰੂਰ ਇਹ ਕਵਿਤਾ ਤੈਨੂੰ ਤੇਰੇ ਪਿਤਾ ਨੇ ਲਿਖ ਕੇ ਦਿੱਤੀ ਹੈ। ਕਿਸੇ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇਹ ਕਵਿਤਾ ਮੇਰੀ ਖੁਦ ਦੀ ਲਿਖੀ ਹੋਈ ਹੈ। ਸਕੂਲ ਵਿੱਚ 11ਵੀਂ ਕਲਾਸ ਵਿੱਚ ਮੈਂ ਹੈੱਡ ਗਰਲ ਵੀ ਬਣੀ ਸੀ। ਉਸ ਤੋਂ ਬਾਅਦ ਜਦੋਂ ਮੈਂ ਵੂਮੈਨ ਕਾਲਜ ਵਿੱਚ ਦਾਖਲ ਹੋਈ, ਉਸ ਸਮੇਂ ਵੀ ਮੇਰੀ ਉਮਰ ਘੱਟ ਸੀ। ਕਾਲਜ ਵਿੱਚ ਵੀ ਮੇਰੇ ਬਹੁਤ ਚੰਗੇ ਨੰਬਰ ਆਏ। ਇਸ ਸਮੇਂ ਵੀ ਮੇਰੀ ਅੰਗਰੇਜ਼ੀ ਬਹੁਤ ਵਧੀਆ ਸੀ। ਕਾਲਜ ਵਿੱਚ ਇੱਕ ਭਾਰਦਵਾਜ ਮੈਡਮ ਹੁੰਦੇ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਅੰਗਰੇਜ਼ੀ ਲਿਟਰੇਚਰ ਦਾ ਵਿਸ਼ਾ ਲੈਣਾ ਹੈ। ਉਹਨਾਂ ਨੇ ਮੇਰਾ ਟੈਸਟ ਲਿਆ ਅਤੇ ਮੈਨੂੰ ਅੰਗਰੇਜ਼ੀ ਲਿਟਰੇਚਰ ਦਾ ਵਿਸ਼ਾ ਮਿਲ ਗਿਆ। ਜਦੋਂ ਮੈਂ ਘਰ ਆ ਕੇ ਦੱਸਿਆ ਤਾਂ ਮੇਰੇ ਪਿਤਾ ਜੀ ਦਾ ਮਨ ਬਹੁਤ ਖਰਾਬ ਹੋਇਆ, ਕਿਉਂਕਿ ਮੇਰੇ ਦਾਦਾ ਗਿਆਨੀ ਬੁੱਢਾ ਸਿੰਘ ਜੀ ਨੇ ਪੰਜਾਬੀ ਸੂਬੇ ਲਈ ਫਾਈਟ ਕੀਤਾ ਸੀ ਅਤੇ ਅੰਮ੍ਰਿਤਸਰ ਵਿੱਚ ਸਭ ਤੋਂ ਪਹਿਲੀ 5 ਮੈਂਬਰੀ ਕਮੇਟੀ ਬਣੀ ਸੀ। ਮੇਰੇ ਦਾਦਾ ਜੀ ਉਹਨਾਂ ਵਿੱਚੋਂ ਇੱਕ ਸਨ ਅਤੇ ਮਾਸਟਰ ਤਾਰਾ ਸਿੰਘ ਜੀ ਦੇ ਐਸੋਸੀਏਟਸ ਸਨ। ਮੇਰੇ ਪਿਤਾ ਮੈਨੂੰ ਕਹਿੰਦੇ ਕਿ ਤੂੰ ਏਡੇ ਵੱਡੇ ਪੰਥ ਜੁਝਾਰੂ ਦੀ ਪੋਤੀ ਹੋ ਕੇ ਅੰਗਰੇਜ਼ੀ ਦਾ ਵਿਸ਼ਾ ਲਿਆ ਹੈ, ਇਹ ਕੋਈ ਚੰਗੀ ਗੱਲ ਨਹੀਂ ਹੈ। ਤੂੰ ਪੰਜਾਬੀ ਦੀ MA ਕਰ। ਮੈਂ ਕਾਲਜ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਲਿਟਰੇਚਰ ਰੱਖਣ ਦੀ ਮੰਗ ਕੀਤੀ, ਪਰ ਕਾਲਜ ਨੇ ਮੈਨੂੰ ਸਿਰਫ ਪੰਜਾਬੀ ਲਿਟਰੇਚਰ ਹੀ ਰੱਖਣ ਦੀ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਐਕਟਿੰਗ ਦੇ ਦੌਰਾਨ ਜਦੋਂ ਮੈਂ 6 ਸਾਲ ਦੀ ਉਮਰ ਵਿੱਚ ਸਕੂਲ ਵਿੱਚ ਐਕਟਿੰਗ ਕਰਨੀ ਸ਼ੁਰੂ ਕੀਤੀ ਸੀ, ਮੇਰੇ ਪਿਤਾ ਜੀ ਦਾ ਲਿਖਿਆ ਇੱਕ ਨਾਟਕ ਸੀ ਬੂਟ ਪਾਲਿਸ਼ ਕਰਨ ਵਾਲਾ ਬੱਚਾ। ਇਸ ਨਾਟਕ ਵਿੱਚ ਮੈਂ ਮੇਨ ਬੱਚੇ ਦਾ ਰੋਲ ਕੀਤਾ ਸੀ। ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਇਹ ਨਾਟਕ ਹੋਇਆ, ਜਿਸ ਵਿੱਚ ਮੈਨੂੰ ਫਸਟ ਪ੍ਰਾਈਜ਼ ਮਿਲਿਆ। ਕਾਲਜ ਵਿੱਚ ਪੜ੍ਹਦਿਆਂ ਜਿੰਨੇ ਵੀ ਡਰਾਮੇ ਹੁੰਦੇ ਸੀ, ਮੈਂ ਕੁੜੀਆਂ ਨੂੰ ਖੁਦ ਹੀ ਡਾਇਰੈਕਸ਼ਨ ਦਿੰਦੀ ਹੁੰਦੀ ਸੀ। ਮੇਰੇ ਖਿਆਲ ਅਨੁਸਾਰ ਕਾਲਜ ਵਿੱਚ ਰਹਿੰਦੇ ਹੋਏ ਮੈਂ ਤਕਰੀਬਨ 6 ਨਾਟਕ ਕੁੜੀਆਂ ਨੂੰ ਨਾਲ ਲੈ ਕੇ ਕੀਤੇ। ਇਹਨਾਂ ਸਾਰਿਆਂ ਨਾਟਕਾਂ ਵਿੱਚ ਮੈਂ ਮੇਜਰ ਰੋਲ ਕੀਤਾ ਅਤੇ ਪਹਿਲਾ ਇਨਾਮ ਪ੍ਰਾਪਤ ਕੀਤਾ। ਕਾਲਜ ਦੇ ਤੀਸਰੇ ਸਾਲ ਵਿੱਚ ਜਦੋਂ ਮੈਨੂੰ ਡਿਗਰੀ ਮਿਲੀ ਤਾਂ ਡਿਗਰੀ ਦੇ ਨਾਲ ਹੀ ਮੈਨੂੰ ਬੈਸਟ ਇਨ ਡਿਬੇਟ, ਬੈਸਟ ਇਨ ਕ੍ਰੀਏਟਿਵ ਰਾਈਟਿੰਗ, ਬੈਸਟ ਇਨ ਭਾਸ਼ਣ ਪ੍ਰਤੀਯੋਗਤਾ, ਬੈਸਟ ਐਕਟਰ, ਬੈਸਟ ਇਨ ਐਜੂਕੇਸ਼ਨ ਅਤੇ ਬੈਸਟ ਇਨ ਗੇਮਸ ਪ੍ਰਾਈਜ਼ ਮਿਲੇ। ਇਹ 5 ਆਨਰਸ ਮੈਨੂੰ GCG ਪਟਿਆਲਾ ਤੋਂ ਮਿਲੇ। ਮੈਂ ਖੋ-ਖੋ ਦੀ ਗੇਮ ਵਿੱਚ ਵੀ ਬਹੁਤ ਵਧੀਆ ਖਿਡਾਰੀ ਰਹੀ ਸੀ। ਵੂਮੈਨ ਕਾਲਜ ਵਿੱਚ ਹੀ ਮੈਂ ਹੈੱਡ ਗਰਲ ਦੀ ਇਲੈਕਸ਼ਨ ਵੀ ਲੜੀ ਅਤੇ ਵਾਈਸ ਹੈੱਡ ਗਰਲ ਬਣੀ। ਕਾਲਜ ਵਿੱਚ ਰਹਿੰਦਿਆਂ ਵੀ ਮੈਂ ਕਈ ਨਾਟਕ ਕੀਤੇ ਅਤੇ ਕਾਲਜ ਤੋਂ ਆਊਟਸਾਈਡ ਵੀ। ਫਿਰ ਪੂਨਾ ਵਿੱਚ ਐਕਟਿੰਗ ਦਾ ਇੰਸਟੀਚਿਊਟ ਸੀ। ਮੇਰੇ ਅੰਦਰ ਐਕਟਿੰਗ ਦੀ ਜ਼ਬਰਦਸਤ ਪੈਸ਼ਨ ਸੀ ਕਿ ਮੈਂ ਐਕਟਰ ਬਣਨਾ ਹੈ। ਇਸ ਸੈਂਟਰ ਦਾ ਆਪਣੇ ਪਿਤਾ ਤੋਂ ਚੋਰੀ ਮੈਂ ਫਾਰਮ ਭਰਿਆ ਅਤੇ ਮੇਰੀ ਸਿਲੈਕਸ਼ਨ ਹੋ ਗਈ ਅਤੇ ਮੈਨੂੰ ਇੰਸਟੀਚਿਊਟ ਤੋਂ ਚਿੱਠੀ ਆ ਗਈ। ਪਰ ਮੇਰੇ ਪਿਤਾ ਜੀ ਨੇ ਮੈਨੂੰ ਇਹ ਕੋਰਸ ਕਰਨ ਦੀ ਆਗਿਆ ਨਹੀਂ ਦਿੱਤੀ ਸੀ। ਪਿਤਾ ਨੇ ਮੈਨੂੰ ਉੱਥੇ ਜਾਣ ਦੀ ਵੀ ਆਗਿਆ ਨਹੀਂ ਦਿੱਤੀ। ਮੇਰੀ ਐਕਟਰ ਬਣਨ ਦੀ ਇੱਛਾ ਮੇਰੇ ਅੰਦਰ ਰਹਿ ਗਈ। ਕਾਲਜ ਦੌਰਾਨ ਹੀ ਮੈਨੂੰ ਨਾਰੀ ਸ਼ਕਤੀ ਮੈਗਜ਼ੀਨ ਅੰਮ੍ਰਿਤਸਰ ਦਾ ਐਡੀਟਰ ਬਣਾ ਦਿੱਤਾ ਗਿਆ। ਇਸ ਮੈਗਜ਼ੀਨ ਵਿੱਚ ਮੇਰੀਆਂ ਕਈ ਕਵਿਤਾਵਾਂ ਛਪਦੀਆਂ ਰਹਿੰਦੀਆਂ ਸੀ। ਇਸ ਤੋਂ ਇਲਾਵਾ ਦਰਪਣ ਅਤੇ ਜਨ ਸਾਹਿਤ ਮੈਗਜ਼ੀਨ ਵਿੱਚ ਵੀ ਮੇਰੀਆਂ ਕਵਿਤਾਵਾਂ ਛਪਦੀਆਂ ਰਹਿੰਦੀਆਂ ਸੀ। ਅਜੇ ਮੇਰਾ MA ਫਾਈਨਲ ਦਾ ਰਿਜ਼ਲਟ ਵੀ ਨਹੀਂ ਸੀ ਆਇਆ। ਮੇਰੀ ਸਿਲੈਕਸ਼ਨ DAV ਕਾਲਜ ਅੰਮ੍ਰਿਤਸਰ ਵਿਖੇ ਹੋ ਗਈ, ਕਿਉਂਕਿ ਮੇਰੇ ਮਾਰਕਸ ਬਹੁਤ ਅੱਛੇ ਸੀ। ਉਸ ਵੇਲੇ BA ਵਿੱਚ 55% ਮਾਰਕਸ ਆਉਣਾ ਬੜੀ ਵੱਡੀ ਗੱਲ ਸੀ। ਇਸ ਵਿੱਚ ਵੀ ਮੇਰੀ ਫਸਟ ਕਲਾਸ ਸੀ। ਅੰਮ੍ਰਿਤਸਰ ਦੇ ਕਾਲਜ ਵਿੱਚ ਹੀ ਮੈਂ ਪ੍ਰੋਫੈਸਰ ਲੱਗ ਗਈ ਅਤੇ 5-6 ਮਹੀਨੇ ਕੰਮ ਕੀਤਾ। ਇਸ ਤੋਂ ਬਾਅਦ
ਅਕਾਲ ਡਿਗਰੀ ਕਾਲਜ ਸੰਗਰੂਰ ਵਿੱਚ ਪ੍ਰੋਫੈਸਰ ਦੀ ਨੌਕਰੀ ਮਿਲ ਗਈ। ਇਸ ਸਮੇਂ ਮੇਰਾ MA ਦਾ ਰਿਜ਼ਲਟ ਵੀ ਆ ਗਿਆ ਸੀ। ਇਸ ਤੋਂ ਬਾਅਦ ਮੇਰੀ ਪੋਸਟਿੰਗ ਮਲੇਰਕੋਟਲੇ ਦੀ ਹੋਈ ਅਤੇ 1 ਸਾਲ ਕੰਮ ਕਰਨ ਤੋਂ ਬਾਅਦ ਮੇਰੀ ਪੋਸਟਿੰਗ GCG ਪਟਿਆਲੇ ਦੀ ਹੋ ਗਈ, ਜਿੱਥੇ ਮੈਂ ਲਗਾਤਾਰ ਨੌਕਰੀ ਕੀਤੀ। ਨੌਕਰੀ ਕਰਦੇ ਕਰਦੇ ਮੈਂ ਦੂਰਦਰਸ਼ਨ ਦੇ ਬਹੁਤ ਸਾਰੇ ਨਾਟਕਾਂ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚ ਜ਼ਿਆਦਾਤਰ ਮੇਰਾ ਮੇਜਰ ਰੋਲ ਹੁੰਦਾ ਸੀ। ਦੂਰਦਰਸ਼ਨ ਦੇ ਕਈ TV ਸੀਰੀਅਲ ਕੀਤੇ। ਇੱਕ ਚੈਨਲ ਪੰਜਾਬ ਹੁੰਦਾ ਸੀ, ਇਸ ਚੈਨਲ ਦੇ ਵੀ ਮੈਂ ਤਕਰੀਬਨ 6 ਸੀਰੀਅਲ ਕੀਤੇ। ਕਾਲਜ ਅਤੇ ਨੌਕਰੀ ਦੇ ਦੌਰਾਨ ਮੈਂ ਫ੍ਰੀਲਾਂਸਰ ਐਕਟਿੰਗ ਕਰਦੀ ਹੁੰਦੀ ਸੀ। ਮਹੇਸ਼ ਕੌਸ਼ਲ ਜੀ ਮੇਰੇ ਪਿਤਾ ਜੀ ਦੇ ਚੰਗੇ ਮਿੱਤਰ ਸਨ। ਉਹਨਾਂ ਦੇ ਨਾਲ ਵੀ ਮੈਂ ਤਕਰੀਬਨ 6 ਨਾਟਕ ਕੀਤੇ, ਜਿਸ ਦੇ ਵਿੱਚ ਮੈਂ ਮੇਨ ਰੋਲ ਕੀਤੇ। ਇਸ ਤੋਂ ਇਲਾਵਾ ਮੈਂ ਜਗਜੀਤ ਸਰੀਨ, ਮੋਹਨ ਕੰਬੋਜ, ਗਿਆਨ ਰੱਖੜ, ਸ਼੍ਰੀ ਸੇਢਾ ਜੀ, ਸ਼੍ਰੀ ਪ੍ਰਾਣ ਸੱਭਰਵਾਲ ਜੀ, ਰਾਜੀਵ ਕੁਮਾਰ ਆਦਿ ਨਾਲ ਬਹੁਤ ਨਾਟਕਾਂ ਵਿੱਚ ਭਾਗ ਲਿਆ। ਕਿੰਨੇ ਹੀ ਨਾਟਕਾਂ ਵਿੱਚ ਮੇਰੇ ਮੇਨ ਰੋਲ ਹੋਏ। ਇੱਕ ਮੇਰੇ ਪਿਤਾ ਜੀ ਦਾ ਲਿਖਿਆ ਨਾਟਕ ਸੀ ਰਾਣੀ ਕੋਕਲਾ। ਇਸ ਦੇ ਵਿੱਚ ਮੈਂ ਰਾਣੀ ਕੋਕਲਾ ਦਾ ਰੋਲ ਅਦਾ ਕੀਤਾ। ਇਹ ਸ਼ੋਅ ਪਟਿਆਲਾ ਅਤੇ ਚੰਡੀਗੜ੍ਹ ਟੈਗੋਰ ਥੀਏਟਰ ਵਿੱਚ ਹੋਇਆ। ਮੈਂ ਪਿਤਾ ਜੀ ਦੇ ਹੋਰ ਕਈ ਨਾਟਕਾਂ ਵਿੱਚ ਵੀ ਭਾਗ ਲਿਆ, ਜਿਸ ਦੇ ਸ਼ੋਅ ਪਟਿਆਲਾ, ਚੰਡੀਗੜ੍ਹ ਅਤੇ ਕਲਕੱਤਾ ਵਿੱਚ ਵੀ ਹੋਏ। ਕਲਕੱਤੇ ਵਿੱਚ ਲਗਾਤਾਰ 6 ਦਿਨ ਸਾਡਾ ਨਾਟਕ ਨੂਰ ਜਹਾਂ ਚੱਲਿਆ। ਬਲਦੇ ਟਿੱਬੇ ਨਾਟਕ ਗਿਆਨ ਰੱਖੜ ਜੀ ਨਾਲ ਕੀਤਾ। ਮਿਲਖੀ ਰਾਮ, ਹਰਜੀਤ ਕੈਂਥ ਜੀ ਨੇ ਨਾਟਕ ਗਰੁੱਪ ਬਣਾਏ ਹੋਏ ਸੀ। ਉਹਨਾਂ ਨਾਲ ਵੀ ਮੈਂ ਬਹੁਤ ਹਿੰਦੀ ਦੇ ਨਾਟਕ ਕੀਤੇ, ਜਿਸ ਦੇ ਵਿੱਚ ਮੈਂ ਤੁਮ ਔਰ ਵੋ ਨਾਟਕ ਦੇ ਸ਼ੋਅ ਅੰਬਾਲੇ ਵੀ ਹੋਏ। ਕਈ ਨਾਟਕ ਪਾਉਂਟਾ ਸਾਹਿਬ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਕੀਤੇ। ਮਤਲਬ ਕਿ ਲਗਾਤਾਰ ਮੇਰਾ ਨਾਟ ਸਫ਼ਰ ਕਾਲਜ ਦੇ ਦਿਨਾਂ ਦੇ ਦੌਰਾਨ ਹੀ ਸ਼ੁਰੂ ਹੋ ਗਿਆ ਸੀ। ਨੌਕਰੀ ਦੇ ਨਾਲ ਨਾਲ ਵੀ ਮੇਰਾ ਰੰਗਮੰਚ ਚੱਲਦਾ ਰਿਹਾ। ਸਾਲ 1985 ਵਿੱਚ ਮੇਰਾ IPS ਆਫਿਸਰ ਨਾਲ ਵਿਆਹ ਹੋ ਗਿਆ। ਕਿਉਂਕਿ ਉਹ ਬਹੁਤ ਵੱਡੇ ਪੁਲਿਸ ਅਫਸਰ ਸਨ, ਉਹਨਾਂ ਨੂੰ ਮੇਰਾ ਨਾਟਕਾਂ ਵਿੱਚ ਕੰਮ ਕਰਨਾ ਪਸੰਦ ਨਹੀਂ ਸੀ। ਉਹਨਾਂ ਨੂੰ ਕਲਾ ਵਾਲਾ ਪੱਖ ਪਸੰਦ ਨਹੀਂ ਸੀ। ਸਾਡੀ ਪੋਸਟਿੰਗ ਪੰਜਾਬ ਤੋਂ ਬਾਹਰ ਕਈ ਪ੍ਰਾਂਤਾਂ ਵਿੱਚ ਰਹੀ। ਮੇਰੇ ਨਾਟ ਸਫ਼ਰ ਉੱਤੇ ਇੱਕਦਮ ਬ੍ਰੇਕ ਲੱਗ ਗਈ ਸੀ। ਫਿਰ ਜਦੋਂ ਮੇਰੇ ਪਤੀ ਦੀਆਂ ਪੋਸਟਿੰਗਾਂ ਇੱਧਰ ਉੱਧਰ ਸ਼ਹਿਰ ਵਿੱਚ ਹੋਈਆਂ, ਤਾਂ ਸਾਲ 1993 ਵਿੱਚ ਮੈਂ ਉਹਨਾਂ ਤੋਂ ਚੋਰੀ ਚੈਨਲ ਪੰਜਾਬ ਵਿੱਚ ਚਲੀ ਗਈ। ਮੇਰੇ ਪਤੀ ਨੇ ਵੀ ਹੌਲੀ ਹੌਲੀ ਆਪਣੇ ਆਪ ਨਾਲ ਇਹ ਸਮਝੌਤਾ ਕਰ ਲਿਆ ਸੀ ਕਿ ਰੰਗਮੰਚ ਨੂੰ ਛੱਡਣਾ ਮੇਰੇ ਲਈ ਬਹੁਤ ਔਖਾ ਹੈ। ਇਸ ਤੋਂ ਬਾਅਦ ਉਹਨਾਂ ਨੇ ਮੈਨੂੰ ਰੰਗਮੰਚ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ। ਫਿਰ ਮੈਂ ਕਈ ਹਿੰਦੀ ਫਿਲਮਾਂ ਵੀ ਕੀਤੀਆਂ। ਇੱਕ ਫਿਲਮ ਸੈਕਿੰਡ ਹਸਬੈਂਡ ਵਿੱਚ ਮੈਂ ਅਲੋਕ ਨਾਥ ਜੀ ਦੀ ਵਾਈਫ ਬਣੀ ਹਾਂ। ਮੈਂ ਰਾਜੀਵ ਕੁਮਾਰ ਜੀ ਨਾਲ ਇੱਕ ਚੰਮ ਪੰਜਾਬੀ ਫਿਲਮ ਕੀਤੀ, ਜਿਸ ਦੇ ਸ਼ੋਅ ਅਜੇ ਤੱਕ ਲਗਾਤਾਰ ਪੂਰੇ ਇੰਡੀਆ ਵਿੱਚ ਚੱਲ ਰਹੇ ਹਨ। ਚੰਨ ਫਿਲਮ ਨੂੰ ਬਹੁਤ ਸਾਰੇ ਐਵਾਰਡ ਵੀ ਮਿਲ ਚੁੱਕੇ ਨੇ। ਇਸ ਤੋਂ ਇਲਾਵਾ ਮੈਂ ਵੈਬ ਸੀਰੀਜ਼ ਬਲੈਕ ਸੀਕ੍ਰੇਟ ਵੀ ਕੀਤੀਆਂ, ਜਿਸ ਦੇ ਵਿੱਚ ਮੈਂ ਇੱਕ ਤਾਂਤਰਿਕ ਦਾ ਰੋਲ ਅਦਾ ਕੀਤਾ। ਮੈਂ ਰੀਸੈਂਟ ਇੱਕ ਫਿਲਮ ਕੀਤੀ ਹੈ, ਜਿਸ ਦਾ ਨਾਮ ਹੈ ਯੇ ਹੈ ਮੇਰਾ ਵਤਨ। ਇਹ ਫਿਲਮ ਮੁਸ਼ਤਾਕ ਪਾਸ਼ਾ ਦੁਆਰਾ ਬਣਾਈ ਗਈ ਹੈ, ਜਿਸ ਵਿੱਚ ਮੈਨੂੰ ਮੁਸਲਿਮ ਕਰੈਕਟਰ ਦਾ ਬਹੁਤ ਅੱਛਾ ਰੋਲ ਕਰਨ ਲਈ ਮਿਲਿਆ ਸੀ। ਮੈਨੂੰ 1-2 ਹੋਰ ਵੱਡੀਆਂ ਫਿਲਮਾਂ ਵੱਡੇ ਕਲਾਕਾਰਾਂ ਨਾਲ ਮਿਲਣ ਦੀ ਵੀ ਗੱਲ ਚੱਲ ਰਹੀ ਹੈ। ਕੁਝ ਕੁ ਫਿਲਮਾਂ ਵਿੱਚ ਮੈਨੂੰ ਕਰੋਨਾ ਕਾਰਨ ਇਨਕਾਰ ਵੀ ਕਰਨਾ ਪਿਆ। ਸ਼੍ਰੀਮਤੀ ਘੁੰਮਣ ਨੇ ਸਾਹਿਤ ਦੇ ਸੰਸਾਰ ਵਿੱਚ 3 ਕਿਤਾਬਾਂ ਲਿਖੀਆਂ ਹਨ: ਕੱਚ ਵੇਰੇਸ, ਅਗਨ ਕਲੇਜੇ ਮਾਹੀ ਅਤੇ ਪੀੜ ਸਿਆਹੀ। ਇਸ ਤੋਂ ਇਲਾਵਾ ਉਹ ਕਵੀ ਦਰਬਾਰਾਂ ਵਿੱਚ ਵੀ ਜਾਂਦੇ ਰਹਿੰਦੇ ਹਨ। ਉਹਨਾਂ ਨੂੰ ਕਈ ਸਭਾਵਾਂ, ਹਿੰਦੀ ਸਾਹਿਤ ਸਭਾ, ਰਾਸ਼ਟਰੀ ਕਾਵਿ ਮੰਚ, ਰੋਟਰੀ ਕਲੱਬ, ਰੋਟਰੀ ਇੰਟਰਨੈਸ਼ਨਲ, ਪੰਜਾਬੀ ਸਾਹਿਤ ਸਭਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗਿਆਨਦੀਪ ਸਾਹਿਤਯ ਸਾਧਨਾ ਮੰਚ, ਸਾਹਿਤਯ ਕਲਸ਼ ਅਤੇ ਇਸ ਤੋਂ ਇਲਾਵਾ ਬਹੁਤ ਰਾਜਨੀਤਿਕ ਅਤੇ ਸਮਾਜਿਕ ਸੰਗਠਨਾਂ ਵੱਲੋਂ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ। ਉਹਨਾਂ ਕਿਹਾ
ਕਿ ਮੇਰੀ ਥੀਏਟਰ ਦੀ ਪੈਸ਼ਨ, ਮੇਰੀ ਐਕਟਿੰਗ ਦੀ ਪੈਸ਼ਨ ਅਤੇ ਇਸ ਤੋਂ ਇਲਾਵਾ ਰਾਜਨੀਤੀ ਕਰਨ ਦੀ ਵੀ ਮੇਰੇ ਅੰਦਰ ਜ਼ਬਰਦਸਤ ਪੈਸ਼ਨ ਸੀ। ਸੋਸ਼ਲ ਸਰਵਿਸ ਕਰਨ ਦੀ ਵੀ ਪੈਸ਼ਨ ਸੀ। ਮੈਂ ਬਹੁਤ ਸਾਰੀਆਂ NGOs ਨਾਲ ਜੁੜੀ ਰਹੀ ਹਾਂ। ਮੈਂ ਸ਼ਿਵ ਸੈਨਾ ਹਿੰਦੁਸਤਾਨ ਇਹੀ ਸੋਚ ਕੇ ਜੁਆਇਨ ਕੀਤੀ ਸੀ ਕਿ ਇਹ ਲੋਕ ਸੋਸ਼ਲ ਸਰਵਿਸ ਕਰਦੇ ਨੇ। ਇਸ ਸੰਸਥਾ ਵਿੱਚ ਮੈਂ ਔਰਤਾਂ ਲਈ ਫ੍ਰੀ ਆਫ ਕੋਸਟ ਬਹੁਤ ਸਾਰੇ ਪੁਲਿਸ ਦੇ ਕੰਮ ਕਰਵਾਏ ਹਨ। ਕਈ ਔਰਤਾਂ ਨੂੰ ਲਗਾਤਾਰ ਫ੍ਰੀ ਰਾਸ਼ਨ ਦੀ ਵੀ ਸੇਵਾ ਕੀਤੀ ਹੈ। ਮੈਂ ਉਹਨਾਂ ਦੇ ਹੋਰ ਵੀ ਕਈ ਕੰਮ ਕਰਾਉਣ ਵਿੱਚ ਮਦਦ ਕੀਤੀ ਹੈ। ਹੁਣ ਵੀ ਮੈਂ 1-2 NGOs ਨਾਲ ਅਟੈਚ ਹੋ ਕੇ ਇਸ ਤਰ੍ਹਾਂ ਦੇ ਕੰਮ ਲਗਾਤਾਰ ਕਰ ਰਹੀ ਹਾਂ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਵੀ ਐਡਵਾਈਜ਼ਰ ਸਪੋਕਸਪਰਸਨ ਰਹਿ ਚੁੱਕੀ ਹਾਂ। ਇਸ ਦੌਰਾਨ ਵੀ ਮੈਂ ਕਈ ਸੋਸ਼ਲ ਵਰਕ ਕੀਤੇ ਹਨ, ਪਰ ਹੁਣ ਮੈਂ ਉੱਥੋਂ ਅਸਤੀਫਾ ਦੇ ਚੁੱਕੀ ਹਾਂ। ਇਸ ਤੋਂ ਕਾਫੀ ਸਮੇਂ ਬਾਅਦ ਹੁਣ ਮੈਂ ਜ਼ਿਲ੍ਹਾ ਪਟਿਆਲਾ ਦੇ ਭਾਜਪਾ ਪ੍ਰਧਾਨ ਸ਼੍ਰੀ ਹਰਿੰਦਰ ਕੋਹਲੀ ਜੀ ਦੀ ਅਗਵਾਈ ਵਿੱਚ ਭਾਜਪਾ ਜੁਆਇਨ ਕਰ ਲਈ ਹੈ, ਕਿਉਂਕਿ ਮੈਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਵਿਚਾਰਧਾਰਾ ਦੀ ਬਹੁਤ ਵੱਡੀ ਫੈਨ ਹਾਂ। ਉਹ ਹਰ ਦਿਨ ਗਰੀਬਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਅਤੇ ਦੇਸ਼ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਕਰਨ ਲਈ ਨਵੀਆਂ ਪਾਲਿਸੀਆਂ ਲੈ ਕੇ ਆ ਰਹੇ ਹਨ। ਸ਼੍ਰੀਮਤੀ ਘੁੰਮਣ ਨੇ ਕਿਹਾ ਕਿ ਭਾਜਪਾ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੇਗੀ ਉਹ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਕੋਸ਼ਿਸ਼ ਕਰਨਗੇ ਕਿ ਸ਼੍ਰੀ ਮੋਦੀ ਜੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਉਹ ਆਮ ਲੋਕਾਂ ਤੱਕ ਪਹੁੰਚਾ ਸਕਣ। ਸ਼੍ਰੀਮਤੀ ਘੁੰਮਣ ਨੇ ਦੱਸਿਆ ਕਿ ਮੇਰੇ ਪਿਤਾ ਸਰਦਾਰ ਕਪੂਰ ਸਿੰਘ ਘੁੰਮਣ ਮੇਰੇ ਆਈਡੀਅਲ ਹਨ। ਉਹਨਾਂ ਦੇ ਨਾਮ ਉੱਤੇ ਮੈਂ ਕਪੂਰ ਸਿੰਘ ਘੁੰਮਣ ਮੈਮੋਰੀਅਲ ਸੁਸਾਇਟੀ ਬਣਾਈ ਹੋਈ ਹੈ, ਜਿਸ ਦੀ ਮੈਂ ਪ੍ਰਧਾਨ ਹਾਂ ਅਤੇ ਹਰ ਸਾਲ ਮੈਂ ਨਾਟਕ ਦੇ ਖੇਤਰ ਵਿੱਚ ਕੰਮ ਕਰਨ ਵਾਲਾ ਕੋਈ ਵੀ ਨਾਟਕਕਾਰ ਹੁੰਦਾ ਹੈ ਉਸ ਨੂੰ ਮੈਂ ਨਕਦ ਇਨਾਮ 5000 ਰੁਪਏ, ਇੱਕ ਦੁਸ਼ਾਲਾ ਅਤੇ ਇੱਕ ਮੋਮੈਂਟੋ ਭੇਂਟ ਕਰਦੇ ਹਾਂ। ਇਸ ਤੋਂ ਇਲਾਵਾ 11-12 ਹੋਰ ਨਾਟਕਰਮੀਆਂ ਨੂੰ ਦੁਸ਼ੈਲੇ ਅਤੇ ਮੋਮੈਂਟੋ ਭੇਟ ਕਰਦੇ ਹਾਂ। ਪਹਿਲਾਂ ਇਸ ਦੀ ਨਗਦ ਰਾਸ਼ੀ 5000 ਰੁਪਏ ਸੀ, ਪਰ ਮੈਂ ਅਗਲੀ ਵਾਰ ਇਸ ਦੀ ਇਨਾਮ ਰਾਸ਼ੀ ਹੋਰ ਵਧਾ ਦਿਆਂਗੀ। ਇਹ ਫੰਕਸ਼ਨ ਮੈਂ ਹਰ ਸਾਲ ਨਵੰਬਰ ਮਹੀਨੇ ਵਿੱਚ ਵੱਡੇ ਸਕੇਲ 'ਤੇ ਕਰਦੀ ਹਾਂ। ਇਸ ਤੋਂ ਇਲਾਵਾ ਟੀਮ ਕਰਮ ਗਰੁੱਪ ਪੰਜਾਬ ਦੀ ਚੇਅਰਮੈਨ ਵੀ ਹਾਂ। ਇਹ ਸੰਸਥਾ ਵਾਤਾਵਰਨ ਨੂੰ ਬਚਾਉਣ, ਗਰਲ ਚਾਈਲਡ ਨੂੰ ਬਚਾਉਣ, ਦਹੇਜ ਪ੍ਰਥਾ ਉੱਤੇ ਰੋਕ ਅਤੇ ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਉਠਾਉਣਾ ਇਸ ਦਾ ਕੰਮ ਹੈ। ਸ਼੍ਰੀਮਤੀ ਘੁੰਮਣ ਨੂੰ ਅੱਜ ਦੀ ਪੰਜਾਬ ਦੀ ਰਾਜਨੀਤੀ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ। ਕੋਈ ਵੀ ਰਾਜਨੇਤਾ ਵਿਸ਼ਵਾਸ ਕਰਨ ਦੇ ਕਾਬਲ ਨਹੀਂ ਹੈ। ਜਦੋਂ ਵੀ ਇਲੈਕਸ਼ਨ ਹੁੰਦੀਆਂ ਹਨ, ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਆਪਣੇ ਵਾਅਦਿਆਂ ਉੱਤੇ ਕੋਈ ਵੀ ਖਰਾ ਨਹੀਂ ਉਤਰਦਾ। ਸ਼੍ਰੀਮਤੀ ਸਵਰਾਜ ਘੁੰਮਣ ਨੇ ਆਪਣੇ ਇੱਕ ਸੰਦੇਸ਼ ਵਿੱਚ ਕਿਹਾ ਹੈ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਰਾਜਨੀਤੀ ਵਿੱਚ ਆਈਏ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰੀਏ। ਸੱਚਮੁੱਚ ਹੀ ਸ਼੍ਰੀਮਤੀ ਸਵਰਾਜ ਘੁੰਮਣ ਰੰਗਮੰਚ ਦੇ ਖੇਤਰ ਵਿੱਚ, ਸਾਹਿਤ ਦੇ ਖੇਤਰ ਵਿੱਚ, ਰਾਜਨੀਤੀ ਦੇ ਖੇਤਰ ਵਿੱਚ ਅਤੇ ਸੋਸ਼ਲ ਸਰਵਿਸ ਦੇ ਕੰਮਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇ ਰਹੇ ਹਨ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਵੇਂ ਹੀ ਹਰ ਖੇਤਰ ਵਿੱਚ ਮੱਲਾ ਮਾਰਦੇ ਰਹਿਣ।